برطانیہ میں اس وقت مہنگائی 45 سال کی بلند ترین سطح پر ہے، جس کے باعث کھانے پینے کی اشیاء میں 30% کے قریب اضافہ ریکارڈ کیا گیا ہے۔ مہنگائی کے اس طوفان کے باعث عوام کی قوت خرید کم ہوئی ہے، جس کی وجہ سے انہیں شدید مشکلات کا سامنا ہے۔ مشکل کی اس گھڑی میں برطانیہ کے مذہبی ادارے چرچ، مساجد، مندر اور گردوارے عوام کی مدد کی بھرپور کوشش کر رہے ہیں۔ بریڈفورڈ میں قائم مرکزی گوردوارہ بھی اس سلسلے میں اپنا بھرپور کردار ادا کر رہا ہے، جہاں روزانہ 300 کے قریب غریب افراد 3 وقت کا کھانا کھاتے ہیں، جبکہ زائرین کے ساتھ یہ تعداد ہفتہ اتوار کو 1000 تک پہنچ جاتی ہے۔ گوردوارے کی انتظامیہ نے بتایا کہ ہمارے یہاں رنگ و نسل اور مذہب کی تفریق کے بغیر لوگوں کو کھانا فراہم کیا جاتا ہے۔ ਸਾਡੇ ਬਾਬਾ ਨਾਨਕ ਗੁਰੂ ਨਾਨਕ ਸਾਹਿਬ ਜੀ ਸਨ 1469 ਦੇ ਵਿੱਚ ਉਹ ਇਸ ਸੰਸਾਰ 'ਤੇ ਬਿਰਾਜਮਾਨ ਹੋਏ ਸੀ, ਪ੍ਰਕਾਸ਼ ਹੋਇਆ ਸੀ ਉਹਨਾਂ ਦਾ। ਅਤੇ ਉਹਨਾਂ ਨੇ ਜਦੋਂ ਬਚਪਨ ਤੋਂ ਹੀ ਉਹ ਬੜੀ ਸੰਤ ਬਿਰਤੀ ਵਾਲੇ ਉਹ ਪੁਰਸ਼ ਸਨ, ਅਤੇ ਆਪਣੇ ਉਸ ਮੌਕੇ ਦੇ ਵਿੱਚ ਵੀ ਆਪਣੇ ਜਦੋਂ ਇਹਨਾਂ ਨੂੰ ਲੰਗਰ ਦੀ ਪ੍ਰਥਾ ਜਿਹੜੀ ਆ ਉਹ ਗੁਰੂ ਨਾਨਕ ਸਾਹਿਬ ਨੇ ਹੀ ਚਲਾਈ ਹੈ। ਜਦੋਂ ਵੱਡੇ ਹੋਏ ਅਤੇ ਉਹਨਾਂ ਦੀ ਇੱਕ ਯਾਦ ਵੀ ਜੁੜਦੀ ਹੈ ਕਿ ਉਹਨਾਂ ਨੂੰ ਕੋਈ ਭੁੱਖੇ ਪ੍ਰਾਣੀ ਮਿਲੇ ਅਤੇ ਜਿਨ੍ਹਾਂ ਨੂੰ ਉਹਨਾਂ ਨੇ ਦੇਖਿਆ ਅਤੇ ਉਹਨਾਂ 'ਤੇ ਤਰਸ ਕੀਤਾ, ਅਤੇ ਉਹਨਾਂ ਨੂੰ ਸੋਚਿਆ ਕਿ ਉਹਨਾਂ ਦੇ ਪਿਤਾ ਨੇ 20 ਰੁਪਏ ਦਿੱਤੇ ਸੀ ਉਹਨਾਂ ਦਾ ਆਪਣਾ ਬਿਜ਼ਨਸ ਚਲਾਉਣ ਦੇ ਲਈ। ਪਰ ਜਦੋਂ ਉਹਨਾਂ ਭੁੱਖੇ ਪ੍ਰਾਣੀਆਂ ਨੇ ਆਪਣੇ ਦੇਖਿਆ ਕਿ ਉਹਨਾਂ ਕੋਲ ਖਾਣ ਨੂੰ ਹੈ ਨਹੀਂ ਸੀ ਕੁਛ ਵੀ, ਅਤੇ ਉਹ ਉਹਨਾਂ ਤੋਂ ਇਹ ਦੇਖਿਆ ਨਹੀਂ ਗਿਆ, ਉਹਨਾਂ ਨੇ ਜੋ ਉਹਨਾਂ ਕੋਲ ਪੈਸੇ ਸੀਗੇ 20 ਰੁਪਏ, ਉਸ ਮੌਕੇ ਦੇ ਵਿੱਚ ਉਹਨਾਂ ਨੇ ਉਹਨਾਂ ਦਾ ਰਾਸ਼ਨ ਪਾਣੀ ਨੇੜੇ ਲਿਆ ਕੇ ਉਹਨਾਂ ਦੀ ਜੋ ਭੁੱਖ ਨੂੰ ਤ੍ਰਿਪਤ ਕੀਤਾ, ਉਹਨਾਂ ਨੂੰ ਰਾਸ਼ਨ ਪਾਣੀ ਲਿਆ ਕੇ ਉਹਨਾਂ ਨੂੰ ਖਿਲਾਇਆ। ਅਤੇ ਉਸੇ ਦਿਨ ਤੋਂ ਜਦੋਂ ਇਹਨਾਂ ਦਾ ਆਪਣੇ ਉਹਨਾਂ ਦੀਆਂ ਉਦਾਸੀਆਂ ਵੀ ਬਾਹਰ ਘੁੰਮ ਫਿਰ ਕੇ ਬਾਕੀ ਮੁਲਕਾਂ ਦੇ ਵਿੱਚ ਅਤੇ ਉਦਾਸੀਆਂ ਕੀਤੀਆਂ, ਉਹਨਾਂ ਜਿੰਨੇ ਦੇਸ਼ਾਂ ਵਿੱਚ ਭ੍ਰਮਣ ਕੀਤਾ, ਉਹਨਾਂ ਨੇ ਇਸੇ ਚੀਜ਼ ਦਾ ਪ੍ਰਚਾਰ ਕੀਤਾ ਅਤੇ ਲੋੜਵੰਦ ਨੂੰ ਜੋ ਲੰਗਰ ਆ ਉਹ ਦੀ ਪਹਿਲੀ ਚੀਜ਼ ਹੈ ਕਿ ਹਰ ਪ੍ਰਾਣੀ ਨੂੰ ਲੰਗਰ ਹੋਵੇ। ਜਦ ਤੱਕ ਪ੍ਰਸ਼ਾਦਾ ਪੇਟ ਨਹੀਂ ਜਾਵੇ ਫਿਰ ਭਗਤੀ ਵੀ ਉਹ ਤੋਂ ਬਿਨਾਂ ਨਹੀਂ ਹੁੰਦੀ ਹੈ। ਸੋ ਇਹੀ ਉਹਨਾਂ ਦਾ ਸੀ ਅਤੇ ਸਾਡੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਲੰਗਰ ਦੀ ਪ੍ਰਥਾ ਉੱਥੋਂ ਸ਼ੁਰੂ ਹੋਈ ਹੈ। ਬਾਕੀ ਸਾਡੇ ਹੈੱਡ ਗ੍ਰੰਥੀ ਮਾਨਯੋਗ ਗਿਆਨੀ ਗੁਰਮੀਤ ਸਿੰਘ ਜੀ ਇਹ ਆਪ ਜੀ ਨੂੰ ਹੋਰ ਵਿਸਤਾਰ ਨਾਲ ਇਸ ਦੇ ਬਾਰੇ ਚਾਨਣਾ ਪਾਉਣ। ਹਾਂਜੀ, ਸਾਡੇ ਗੁਰੂ ਨਾਨਕ ਪਾਤਸ਼ਾਹ ਨੇ 21 ਸਾਲ ਸ਼ੌਪ ਦੇ ਉੱਪਰ ਮਤਲਬ ਉੱਥੇ ਦਾ ਜਿਹੜਾ ਸੁਲਤਾਨ ਸੀ ਮੋਦੀ ਖਾਨੇ ਵਿਖੇ ਬਾਬਾ ਨਾਨਕ ਜੀ ਨੇ ਕਿਰਤ ਕੀਤੀ। ਆਪ ਦੱਸਿਆ ਵੀ ਬੰਦੇ ਨੂੰ ਕਮਾਈ ਕਰੇ ਅਤੇ ਆਪਣਾ ਰੋਟੀ ਪਾਣੀ ਛਕ ਕੇ ਅਤੇ ਬਾਕੀ ਜਿਤਨਾ ਵੀ ਸੀ ਉਹ ਗਰੀਬਾਂ ਨੂੰ ਦਾਨ ਕਰ ਦਿੰਦੇ ਸੀ। ਉਸ ਤੋਂ ਉਪਰੰਤ ਬਾਬਾ ਨਾਨਕ ਜੀ ਨੇ ਕਰਤਾਰਪੁਰ ਜੋ ਅੱਜ ਕੱਲ੍ਹ ਪਾਕਿਸਤਾਨ ਦੇ ਅੰਦਰ ਹੈ, ਉੱਥੇ 18 ਸਾਲ ਉਹਨਾਂ ਨੇ ਖੇਤੀ ਕੀਤੀ। ਖੇਤੀ ਦੇ ਅੰਦਰ ਵੀ ਉਹ ਲੋੜਵੰਦ ਦੀ ਲੋੜ ਨੂੰ ਪੂਰਾ ਕਰਦੇ ਸਨ। 21 ਸਾਲ ਉਹਨਾਂ ਨੇ ਉਦਾਸੀਆਂ ਕਰਕੇ ਈਰਾਨ, ਇਰਾਕ, ਅਫਗਾਨਿਸਤਾਨ ਆਦਿਕ ਇਹਨਾਂ ਦੇਸ਼ਾਂ ਦੇ ਅੰਦਰ ਮੁਲਕਾਂ ਦੇ ਅੰਦਰ ਘੁੰਮ ਕੇ ਪ੍ਰਚਾਰ ਕੀਤਾ। ਉਸ ਤੋਂ ਉਪਰੰਤ ਜਦੋਂ ਗੁਰੂ ਨਾਨਕ ਪਾਤਸ਼ਾਹ ਤੋਂ ਗੁਰੂ ਅੰਗਦ ਪਾਤਸ਼ਾਹ ਆ ਗਏ, ਉਹਨਾਂ ਨੇ ਵੀ ਲੰਗਰ ਦੀ ਪ੍ਰਥਾ ਨੂੰ ਉਸੇ ਤਰੀਕੇ ਨਾਲ ਚਾਲੂ ਰੱਖਿਆ। ਫਿਰ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਤੋਂ ਗੁਰਦਗਦੀ ਦੇ ਬਿਰਾਜਮਾਨ ਹੋਏ ਅਤੇ ਉਹਨਾਂ ਨੇ ਸੰਗਤ ਅਤੇ ਪੰਗਤ ਅਕਬਰ ਆਇਆ, ਹਿੰਦੁਸਤਾਨ ਦਾ ਬਾਦਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਦੇ ਕੋਲ ਆਇਆ, ਕਹਿੰਦਾ ਕਿ ਤੁਹਾਡੇ ਦਰਸ਼ਨ ਦੀਦਾਰੇ ਕਰਨੇ। ਅਤੇ ਬਾਬਾ ਜੀ ਨੇ ਕਿਹਾ ਕਿ ਪਹਿਲੇ ਤੁਸੀਂ ਲੰਗਰ ਦੇ ਵਿਖੇ ਲੰਗਰ ਛਕੋ, ਜਾ ਕੇ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕੋ, ਉਸ ਤੋਂ ਬਾਅਦ ਆ ਕੇ ਤੁਸੀਂ ਸਾਨੂੰ ਮਿਲ ਸਕਦੇ ਹੋ। ਕਿਉਂਕਿ ਸਾਡੇ ਅੰਦਰ ਜਿਹੜਾ ਊਚ ਨੀਚ ਭਾਵ ਕਿ ਮੈਂ ਬੜਾ ਵੱਡਾ ਰਾਜਾ ਹਾਂ, ਉਸ ਭੇਦਭਾਵ ਨੂੰ ਦੂਰ ਕਰਨ ਦੇ ਵਾਸਤੇ ਬਾਬਾ ਨਾਨਕ ਜੀ ਨੇ ਕੰਪਲਸਰੀ ਗੁਰੂ ਅਮਰਦਾਸ ਸਾਹਿਬ ਨੇ ਕੰਪਲਸਰੀ ਕਰ ਦਿੱਤਾ ਕਿ ਪੰਗਤ ਪਹਿਲੇ ਲੰਗਰ ਛਕੋ, ਉਸ ਤੋਂ ਬਾਅਦ ਆ ਕੇ ਸੰਗਤ ਕਰੋ। ਸੋ ਅਕਬਰ ਨੇ ਹਿੰਦੁਸਤਾਨ ਦਾ ਜੋ ਬਾਦਸ਼ਾਹ ਸੀ, ਉਹਨੇ ਬਾਬਾ ਅਮਰਦਾਸ ਜੀ ਦਾ ਵਚਨ ਮੰਨ ਕੇ ਪਹਿਲੇ ਪੰਗਤ ਦੇ ਵਿਖੇ ਜਿਹੜੇ ਵੀ ਗਰੀਬ ਸਨ ਬੈਠੇ ਸਨ ਸਾਰੇ ਨਾਲ ਬੈਠ ਕੇ ਉਹਨੇ ਲੰਗਰ ਛਕਿਆ। ਉਸ ਤੋਂ ਉਪਰੰਤ ਬਾਬਾ ਅਮਰਦਾਸ ਜੀ ਦੇ ਕੋਲ ਜਾ ਕੇ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਆ ਕੇ ਉਹਨੇ ਦਰਸ਼ਨ ਦੀਦਾਰੇ ਕੀਤੇ। ਉਸ ਤੋਂ ਉਪਰੰਤ ਮਤਲਬ ਹੋ ਗਿਆ ਸਾਡੇ ਪ੍ਰਥਾ ਚੱਲੀ ਆ ਰਹੀ ਹੈ, ਕੋਈ ਵੀ ਗੁਰਦੁਆਰਾ ਹੋਵੇ ਉਸ ਗੁਰਦੁਆਰੇ ਦੇ ਅੰਦਰ ਸਭ ਤੋਂ ਪਹਿਲੇ ਅਸੀਂ ਬਣਾਉਂਦੇ ਹਾਂ ਕਿ ਲੰਗਰ ਸਾਡਾ ਕਿੱਥੇ ਚੱਲੇਗਾ ਅਤੇ ਸਾਡਾ ਦਰਬਾਰ ਕਿੱਥੇ ਹੋਵੇਗਾ। ਪਾਓ ਕਿ ਲੰਗਰ ਅਸੀਂ ਪਹਿਲੇ ਸੋਚ ਕੇ ਚੱਲਦੇ ਹਾਂ ਕਿ ਜਿਹੜਾ ਵੀ ਆਏਗਾ ਇੱਥੇ ਆ ਕੇ ਲੰਗਰ ਛਕੇਗਾ, ਲੰਗਰ ਕਿਵੇਂ ਬਣੇਗਾ, ਕਿੱਥੇ ਬੈਠ ਕੇ ਖਾਣਗੇ। ਇਹ ਸੋ ਗੁਰੂ ਨਾਨਕ ਘਰ ਜਿਹੜਾ ਵੀ ਗੁਰਦੁਆਰਾ ਗੁਰੂ ਘਰ ਬਣਦਾ ਹੈ, ਸੋ ਇੱਥੇ ਕੰਪਲਸਰੀ ਹੁੰਦਾ ਕਿ ਆਪਾਂ ਲੰਗਰ ਦਰਬਾਰ ਵੀ ਬਣਾਉਣਾ ਹੈ, ਲੰਗਰ ਵੀ ਬਣਾਉਣਾ ਹੈ, ਲੰਗਰ ਉੱਥੇ ਚੱਲਦਾ ਰਹੇ। ਕੋਈ ਵੀ ਇੱਥੇ ਆ ਕੇ ਮਾਯੂਸ ਹੋ ਕੇ ਨਾ ਜਾਵੇ, ਬਾਬੇ ਨਾਨਕ ਦੇ ਦਰ 'ਤੇ ਆ ਕੇ ਲੰਗਰ ਛਕੇ। ਇਹ ਗੁਰੂ ਘਰ ਦੀ ਪ੍ਰਥਾ ਚਲੀ ਆ ਰਹੀ है जी। वाहिगुरु जी का खालसा, वाहिगुरु जी की फतेह। एक सवाल के जवाब में मुंतज़मीन का कहना था कि हालिया महंगाई ने इनका बजट 3 गुना बढ़ा दिया है। The Gurdwara where we are today is open 7 days a week from 7 o'clock in the morning till 7 in the evening for anybody who wants to eat food, whether they're homeless, whether whatever religions they are, as long as they respect the Gurdwara, we allow them to come in and they can eat food. There's no questions asked. However, as you asked me the impact of the cost of living and also the COVID, because of COVID
there were a lot of restrictions for people to coming in, and since COVID we've had an influx of international students, especially from Punjab, India. They've arrived in Bradford, and because of the cost of living, a lot of these students are struggling to feed themselves, and they come in to Gurdwara maybe 2 or 3 times a day just to feed themselves, and this has had an impact on the Gurdwara budget. Whereas before COVID, the budget compared to now is we are producing we're spending 3 times more on the food than pre-COVID. This has been a huge impact on us as well, and the Gurdwara, as you know, is run by donations, so it has had a lot of effect on our budget as well. ਸਿੱਖ ਕਮਿਊਨਿਟੀ ਵੱਲੋਂ ਅੱਜ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਜੋ ਸਾਡਾ ਬ੍ਰੈਡਫੋਰਡ ਦਾ ਸਭ ਤੋਂ ਵੱਡਾ ਗੁਰਦੁਆਰਾ ਆ, ਉੱਥੇ ਤੁਸੀਂ ਆਏ ਆ। ਅਸੀਂ ਇੱਕ ਦਫਾ ਤੁਹਾਨੂੰ ਜੀ ਆਇਆ ਕਹਿੰਦੇ ਹੈਗੇ ਆ। ਤੁਹਾਡੇ ਜਵਾਬ ਦਾ ਜਿਹੜਾ ਹੈਗਾ ਆ, ਸਵਾਲ ਦਾ ਜਵਾਬ ਉਹ ਇਹ ਹੈਗਾ ਆ, ਅੱਜ ਤਕਰੀਬਨ ਸਾਡਾ ਕੋਈ ਵੱਡਾ ਫੈਸਟੀਵਲ ਨਹੀਂ ਚੱਲ ਰਿਹਾ ਹੈਗਾ। ਇਹ ਵੈਸੇ ਹੀ ਕਿਸੇ ਨੇ ਜਿਸ ਤਰ੍ਹਾਂ ਆਪਣੇ ਮੁਸਲਿਮ ਕਮਿਊਨਿਟੀ ਦੇ ਵਿੱਚ ਖਾਤਮ ਕਰਾਉਂਦੇ ਨੇ, ਅਸੀਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਹੈਗਾ ਬਿਗਨਿੰਗ ਟੂ ਐਂਡ ਜਿਹੜਾ ਹੈਗਾ ਉਹ ਰੀਡ ਕਰਕੇ 3 ਦਿਨ ਦਾ ਸਾਡਾ ਪ੍ਰੋਗਰਾਮ ਸੀਗਾ। ਅਤੇ ਇਹ ਪਰਿਵਾਰ ਦੇ 21st ਬਰਥਡੇ ਪਾਰਟੀ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਆਪਣੇ ਮਹਿਮਾਨ ਸੱਦੇ ਨੇ। ਨੋਰਮਲ ਕੰਗਰੀਗੇਸ਼ਨ ਹੈ, ਮੇਰਾ ਖਿਆਲ ਹੈ ਕਿ 3 ਦਿਨਾਂ ਦੇ ਵਿੱਚ ਤਕਰੀਬਨ 1000 ਬੰਦਾ ਇੱਥੇ ਆਇਆ ਹੋਏਗਾ ਜਿਹਨੇ ਲੰਗਰ ਛਕਿਆ ਹੈਗਾ। ਇਹਦੇ ਨਾਲ ਮੈਂ ਇਹ ਵੀ ਤੁਹਾਨੂੰ ਦੱਸ ਦਿੰਦਾ ਹੈਗਾ ਕਿ ਲੰਗਰ ਸਾਡਾ ਹਰ ਰੋਜ਼ ਚੱਲਦਾ ਹੈਗਾ ਆ। ਇੱਥੇ ਜਾਤ ਪਾਤ ਵੱਡਾ ਛੋਟਾ ਕਿਸੇ ਨੂੰ ਕੋਈ ਵੀ ਬੰਦਿਸ਼ ਨਹੀਂ, ਕਿਸੇ ਵੀ ਕਮਿਊਨਿਟੀ ਦਾ ਇੱਥੇ ਆ ਕੇ ਸੰਗਤ ਪੰਗਤ ਦੇ ਵਿੱਚ ਬੈਠ ਕੇ ਲੰਗਰ ਖਾ ਸਕਦਾ ਹੈਗਾ। ਜਿਵੇਂ ਤੁਹਾਨੂੰ ਪਤਾ ਕਿ ਬਹੁਤ ਹੀ ਸਟੂਡੈਂਟ ਹੁਣ ਰੀਸੈਂਟਲੀ ਆਏ ਹੈਗੇ ਆ, ਉਹ ਵਿਚਾਰੇ ਅਜੇ ਕੰਮਾਂ ਕਾਰਾਂ ਵਿੱਚ ਇੰਨੇ ਸੈਟਲ ਨਹੀਂ ਹੋਏ, ਉਹ ਵੀ ਇੱਥੇ ਆਉਂਦੇ ਨੇ। 3 ਟਾਈਮ ਉਹਨਾਂ ਨੂੰ ਲੰਗਰ ਮਿਲਦਾ, ਸਵੇਰ ਨੂੰ, ਦੁਪਹਿਰ ਨੂੰ, ਸ਼ਾਮ ਨੂੰ। ਕਿਸੇ ਨੂੰ ਕੋਈ ਬੰਦਿਸ਼ ਨਹੀਂ ਹੈਗੇ ਅਤੇ ਬੜਾ ਹੀ ਉਹ ਸ਼ਰਧਾ ਭਾਵਨਾ ਨਾਲ ਇੱਥੇ ਆਉਂਦੇ ਨੇ ਅਤੇ ਲੰਗਰ ਖਾਂਦੇ ਨੇ। इसके अलावा एक तंजीम इबादत गाहों में मौजी बीमारियों की तशखीस और बचाव के लिए मुफ्त मेडिकल कैंप भी लगाती है। उबैद मुगल, ब्रैडफोर्ड।